हाँ जी, सत श्री अकाल जी साਰਿਆਂ ਨੂੰ। ਤਾਂ ਰਾਜੇ ਨਵੋਦਿਆ ਵਿਦਿਆਲਿਆ ਸਮਿਤੀ ਦੇ ਵਿੱਚ ਨਿਊ ਵੈਕੈਂਸੀ ਜਿਹੜੀਆਂ ਆਊਟ ਹੋਈਆਂ ਨੋਨ ਟੀਚਿੰਗ ਸਟਾਫ ਦੀਆਂ, ਤਾਂ ਇਹ ਇਹਨਾਂ ਨੇ ਮੈਂਸ਼ਨ ਕੀਤਾ ਹੋਇਆ ਰਿਕੁਆਇਰਮੈਂਟ ਡਰਾਈਵ 2024 ਨੋਨ ਟੀਚਿੰਗ ਪੋਸਟਸ। ਠੀਕ ਹੈ ਜੀ। ਤਾਂ ਇਹਨਾਂ ਨੇ ਮੈਂਸ਼ਨ ਕੀਤਾ, ਦੇਖੋ ਕਾਫੀ ਤਰ੍ਹਾਂ ਦੀਆਂ ਪੋਸਟਾਂ ਨੇ, ਜਿਵੇਂ ਕਿ ਫੀਮੇਲ ਸਟਾਫ ਨਰਸ, ਅਸਿਸਟੈਂਟ ਸੈਕਸ਼ਨ ਆਫਿਸਰ, ਆਡਿਟ ਅਸਿਸਟੈਂਟ, ਲੀਗਲ ਅਸਿਸਟੈਂਟ, ਜੂਨੀਅਰ ਟਰਾਂਸਲੇਸ਼ਨ ਆਫਿਸਰ, ਸਟੈਨੋਗ੍ਰਾਫਰ, ਕੰਪਿਊਟਰ ਆਪਰੇਟਰ, ਕੈਟਰਿੰਗ ਸੁਪਰਵਾਈਜ਼ਰ, ਜੂਨੀਅਰ ਸੈਕਟਰੀਏਟ ਅਸਿਸਟੈਂਟ। ਠੀਕ ਹੈ ਜੀ। ਕੇਡਰ ਮੈਂਸ਼ਨ ਕੀਤੇ ਹੋਏ ਨੇ, ਜੂਨੀਅਰ ਸੈਕਟਰੀਏਟ ਅਸਿਸਟੈਂਟ, JNV ਕੇਡਰ ਦੇ ਵਿੱਚ ਇਲੈਕਟ੍ਰੀਸ਼ੀਅਨ ਕਮ ਪਲੰਬਰ, ਲੈਬ ਅਟੈਂਡੈਂਟ, ਮੈਸ ਹੈਲਪਰ, ਹੈ ਨਾ। ਅਤੇ ਨਾਲ ਦਿੱਤਾ ਹੋਇਆ ਮਲਟੀਟਾਸਕਿੰਗ ਸਟਾਫ। ਠੀਕ ਹੈ। ਇਹ ਕੇਡਰ ਮੈਂਸ਼ਨ ਕੀਤਾ ਹੋਇਆ, ਨਾਲ ਰੀਜਨਲ ਆਫਿਸ ਦੇ ਵਿੱਚ ਜਿਵੇਂ NLS ਐਂਡ ਜਵਾਹਰ ਨਵੋਦਿਆ ਵਿਦਿਆਲਿਆ ਦੇ ਵਿੱਚ। ਠੀਕ ਹੈ ਜੀ। ਇਹ ਦਿੱਤਾ ਹੋਇਆ ਇਹਨਾਂ ਨੇ। ਤਾਂ ਹੁਣ ਆਪਾਂ ਅੱਗੇ ਗੱਲ ਕਰ ਲੈਂਦੇ ਹਾਂ। ਆ ਪੋਸਟਸ ਉਹੀ ਆ ਗਈਆਂ ਸੇਮ ਨੀਚੇ, ਪੋਸਟ ਨੇਮ। ਠੀਕ ਹੈ। ਔਰ ਕੇਡਰ ਮੈਂਸ਼ਨ ਕੀਤਾ ਹੋਇਆ HQRO ਅਤੇ ਨੀਚੇ ਦਿੱਤਾ JNV। ਠੀਕ ਹੈ ਜੀ। ਤਾਂ ਇਹ ਪਾਰਟੀਸ਼ਨ ਕੀਤੀ ਹੋਈ ਆ। ਅੱਗੇ ਆਪਾਂ 1 ਬਾਏ 1 ਦੇਖ ਲੈਂਦੇ ਹਾਂ। ਸਭ ਤੋਂ ਪਹਿਲਾਂ ਹੈਗਾ ਫੀਮੇਲ ਸਟਾਫ ਨਰਸ। ਠੀਕ ਹੈ ਜੀ। ਇਹਨਾਂ ਨੇ ਮੈਂਸ਼ਨ ਕੀਤਾ ਜਿਹੜੀਆਂ ਵੈਕੈਂਸੀਜ਼ ਹੈ ਇਹ ਘਟਾਈਆਂ ਵਧਾਈਆਂ ਜਾ ਸਕਦੀਆਂ। ਠੀਕ ਹੈ। ਇਹ ਮਤਲਬ ਰੂਲ ਹੈਗਾ ਇਹਨਾਂ ਦਾ ਕੋਈ। ਅੱਗੇ ਦਿੱਤਾ ਹੈ ਫੀਮੇਲ ਸਟਾਫ ਨਰਸ ਗਰੁੱਪ B ਦੀ ਪੋਸਟ ਹੈ ਜੀ। ਪੋਸਟ ਕੋਡ ਹੈਗਾ 1। ਠੀਕ ਹੈ ਜੀ। ਜਨਰਲ ਦੀਆਂ 85 ਪੋਸਟਾਂ ਨੇ, EWS ਦੀਆਂ 12 ਨੇ, OBC ਦੀਆਂ ਭਾਈ ਹੈਗੀਆਂ 12 ਪੋਸਟਾਂ, SC ਦੀਆਂ 10 ਨੇ, SC ST ਦੀਆਂ 2 ਨੇ, ਟੋਟਲ 121 ਹੈ। ਠੀਕ ਹੈ। OH ਦੇ ਵਿੱਚ 2 ਹੈ, BH ਦੇ ਵਿੱਚ ਵੀ 2 ਹੈ, ਅਤੇ ਹੈਂਡੀਕੈਪਟ ਜਿਹੜਾ ਹੈਗਾ ਇਹਦੇ ਵਿੱਚ ਕੋਈ ਪੋਸਟ ਨਹੀਂ, ਸੋਰੀ HH ਦੇ ਵਿੱਚ ਕੋਈ ਪੋਸਟ ਨਹੀਂ ਹੈਗੀ, ਅਦਰ 1। ਠੀਕ ਹੈ ਜੀ। ਇਹ ਇਹਨਾਂ ਨੇ ਮੈਂਸ਼ਨ ਕੀਤਾ ਹੋਇਆ। ਇਹ ਤਾਂ ਗੱਲ ਹੋ ਗਈ ਫੀਮੇਲ ਸਟਾਫ ਨਰਸ ਦੀ, ਗਰੁੱਪ B ਕੇਡਰ ਦੀ ਪੋਸਟ ਆ। ਨੈਕਸਟ ਹੈ ਅਸਿਸਟੈਂਟ ਸੈਕਸ਼ਨ ਆਫਿਸਰ। ਇਹ ਵੀ ਰਾਜੇ ਗਰੁੱਪ B ਦੀ ਪੋਸਟ ਆ, ਔਰ ਪੋਸਟ ਕੋਡ ਹੈਗਾ 2। ਤਾਂ ਇਹਦੇ ਵਿੱਚ ਜਨਰਲ ਦੇ ਵਿੱਚ 4 ਨੇ ਗੀਆਂ, EWS ਦੇ ਵਿੱਚ ਨਹੀਂ ਹੈਗੀ, OBC ਦੇ ਵਿੱਚ 1 ਪੋਸਟ ਹੈ, SC ਦੇ ਵਿੱਚ ਵੀ ਨਹੀਂ, ST ਦੇ ਵਿੱਚ ਵੀ ਨਹੀਂ, ਟੋਟਲ ਹੈਗੀਆਂ 5। ਠੀਕ। ਨੈਕਸਟ ਆਪਾਂ ਗੱਲ ਕਰਦੇ ਹਾਂ ਆਡਿਟ ਅਸਿਸਟੈਂਟ ਗਰੁੱਪ B ਪੋਸਟ ਕੋਡ 3। ਠੀਕ ਹੈ ਜੀ। ਤਾਂ ਇਹਦੇ ਵਿੱਚ ਜਨਰਲ ਦੇ ਵਿੱਚ 8 ਪੋਸਟਾਂ ਨੇ, EWS ਦੇ ਵਿੱਚ 1 ਆ, ਔਰ OBC ਦੇ ਵਿੱਚ 1 ਆ, SC ਦੀਆਂ 2 ਨੇ, ST ਦੀ ਕੋਈ ਨਹੀਂ, ਟੋਟਲ 12 ਪੋਸਟ। ਠੀਕ। ਅੱਗੇ ਜੂਨੀਅਰ ਟਰਾਂਸਲੇਸ਼ਨ ਆਫਿਸਰ ਗਰੁੱਪ B ਦੀ ਪੋਸਟ ਆ ਰਾਜੇ, ਪੋਸਟ ਕੋਡ ਹੈਗਾ 4। ਤਾਂ ਜਨਰਲ ਦੀਆਂ 2 ਪੋਸਟਾਂ ਨੇ, EWS ਦੀ ਕੋਈ ਪੋਸਟ ਨਹੀਂ, OBC ਦੀ 1 ਆ, SC ਦੀ 1 ਆ, ਟੋਟਲ 4 ਪੋਸਟਾਂ ਨੇ ਇਹ। ਨੈਕਸਟ ਗੱਲ ਕਰਦੇ ਹਾਂ ਲੀਗਲ ਅਸਿਸਟੈਂਟ ਗਰੁੱਪ B ਪੋਸਟ ਕੋਡ 5। ਜਨਰਲ ਦੀ 1 ਪੋਸਟ ਆ। ਠੀਕ ਹੈ ਜੀ। ਔਰ ਬਾਕੀ ਕਿਸੇ ਵੀ ਕੈਟੇਗਰੀ ਦੀ ਕੋਈ ਵੀ ਪੋਸਟ ਨਹੀਂ ਹੈਗੀ। ਨੈਕਸਟ ਗੱਲ ਕਰਦੇ ਹਾਂ ਸਟੈਨੋਗ੍ਰਾਫਰ ਗਰੁੱਪ C ਦੀ ਪੋਸਟ ਆ, ਪੋਸਟ ਕੋਡ ਹੈਗਾ 6, ਪੋਸਟ ਕੋਡ ਨੰਬਰ 6। ਜਨਰਲ ਦੀਆਂ 14 ਪੋਸਟਾਂ ਨੇ, EWS ਦੀਆਂ 2 ਨੇ, OBC ਦੀਆਂ 2 ਨੇ, SC ਦੀਆਂ 4 ਨੇ, ST ਦੀਆਂ 1। ਠੀਕ। ਟੋਟਲ ਕਿੰਨੀਆਂ ਹੋਣਗੀਆਂ 23। ਓਕੇ। ਤਾਂ ਅੱਗੇ ਦਿੱਤਾ ਹੋਇਆ ਐਕਸ ਸਰਵਿਸਮੈਨ ਦੀਆਂ 2 ਪੋਸਟਾਂ ਨੇ, ਅਤੇ VH ਦੀ ਵੀ 1 ਪੋਸਟ। ਓਕੇ। ਨੈਕਸਟ ਗੱਲ ਕਰਦੇ ਹਾਂ ਕੰਪਿਊਟਰ ਆਪਰੇਟਰ ਗਰੁੱਪ C ਦੀ ਪੋਸਟ ਆ, ਪੋਸਟ ਕੋਡ ਹੈਗਾ ਜੀ 7। ਜਨਰਲ 2 ਪੋਸਟਾਂ ਨੇ, EWS ਦੀ ਕੋਈ ਵੀ ਨਹੀਂ ਹੈਗੀ, OBC ਦੀ ਵੀ ਕੋਈ ਨਹੀਂ, SC ਦੀ ਵੀ ਕੋਈ ਨਹੀਂ, ST ਦੀ ਵੀ ਕੋਈ ਨਹੀਂ। ਠੀਕ। ਤਾਂ ਟੋਟਲ 2 ਹੀ ਪੋਸਟਾਂ ਨੇ, ਅੱਗੇ ਵੀ ਕੋਈ ਪੋਸਟ ਨਹੀਂ ਹੈਗੀ। ਨੈਕਸਟ ਗੱਲ ਕਰਦੇ ਹਾਂ ਕੈਟਰਿੰਗ ਸੁਪਰਵਾਈਜ਼ਰ ਗਰੁੱਪ C ਦੀ ਪੋਸਟ ਆ। ਠੀਕ ਹੈ ਜੀ। ਪੋਸਟ ਕੋਡ ਹੈਗਾ 8। ਜਨਰਲ ਦੀਆਂ 44 ਪੋਸਟਾਂ ਨੇ, EWS ਦੀਆਂ 7 ਨੇ, OBC ਦੀਆਂ ਇਹਦੇ ਵਿੱਚ 13 ਪੋਸਟਾਂ ਨੇ, SC ਦੀਆਂ 10 ਨੇ, ST ਦੀਆਂ 4 ਨੇ। ਤਾਂ ਟੋਟਲ ਕਿੰਨੀਆਂ ਹੋਊਗੀਆਂ 78। ਠੀਕ ਹੈ। OH 1, VH 1, HH 1, ਅਦਰ 1। ਤਾਂ ਇਹ ਐਕਸ ਸਰਵਿਸਮੈਨ ਦੀਆਂ 7 ਪੋਸਟ। ਠੀਕ। ਨੈਕਸਟ ਗੱਲ ਕਰਦੇ ਹਾਂ ਜੂਨੀਅਰ ਸੈਕਟਰੀਏਟ ਅਸਿਸਟੈਂਟ ਗਰੁੱਪ C ਦੀ ਪੋਸਟ ਆ। ਇਹਨਾਂ ਨੇ ਕੇਡਰ ਮੈਂਸ਼ਨ ਕੀਤੇ ਹੋਏ ਆ, ਪੋਸਟ ਕੋਡ ਹੈ 9। ਤਾਂ ਇਹਦੇ ਵਿੱਚ ਦੇਖੋ ਜਨਰਲ ਦੀਆਂ 13 ਨੇ, EWS ਦੀਆਂ 2 ਨੇ, OBC ਦੀਆਂ ਵੀ 2 ਨੇ, SC ਦੀਆਂ 3 ਨੇ, ST ਦੀਆਂ 1 ਨੇ, ਟੋਟਲ 21 ਪੋਸਟਾਂ ਨੇ। ਠੀਕ ਹੈ ਜੀ। OH 1 ਅੱਗੇ ਮੈਂਸ਼ਨ ਕੀਤਾ ਹੋਇਆ, ਤਾਂ ਅੱਗੇ ਵੀ 1 ਪੋਸਟ ਹੈ। ਤਾਂ ਟੋਟਲ ਕਿੰਨੀਆਂ ਹੋਣਗੀਆਂ ਇਹ ਅੱਗੇ, ਸੋਰੀ EXM 2 ਪੋਸਟਾਂ। ਅੱਗੇ ਗੱਲ ਕਰਦੇ ਹਾਂ ਜੂਨੀਅਰ ਸੈਕਟਰੀਏਟ ਅਸਿਸਟੈਂਟ। ਠੀਕ ਹੈ ਜੀ। ਤਾਂ ਇਹਦੇ ਵਿੱਚ ਸੈਕਟਰੀਏਟ ਜੋ ਅਸਿਸਟੈਂਟ ਦੀ ਪੋਸਟ ਹੈ C ਗਰੁੱਪ ਦੀ ਪੋਸਟ ਆ, ਔਰ JNV ਕੇਡਰ ਦੀ ਹੀ ਪੋਸਟ ਆ, ਔਰ ਪੋਸਟ ਕੋਡ ਹੈ 10। ਤਾਂ ਇਹਦੇ ਵਿੱਚ ਜਨਰਲ ਦੀਆਂ ਬਹੁਤ ਪੋਸਟਾਂ ਨੇ, 145 ਪੋਸਟਾਂ ਨੇ। ਠੀਕ ਹੈ। ਬਹੁਤ ਵਧੀਆ ਪੋਸਟ ਹੈ ਇਹ। EWS ਦੀਆਂ 36 ਨੇ, OBC ਦੀਆਂ ਵੀ 86 ਪੋਸਟਾਂ ਨੇ ਇਹਦੇ ਵਿੱਚ, SC ਦੀਆਂ 67 ਨੇ, ST ਦੀਆਂ 26 ਨੇ, ਟੋਟਲ 360 ਵੈਕੈਂਸੀਜ਼ ਨੇਗੀਆਂ। OH ਦੀਆਂ ਵੀ 4 ਆ, BH ਦੀਆਂ ਵੀ 4 ਆ, ਔਰ ਅਦਰ 3 ਨੇ। ਠੀਕ ਹੈ। ਤਾਂ EXM ਦੀਆਂ 36 ਪੋਸਟਾਂ ਨੇ। ਠੀਕ। ਅੱਗੇ ਗੱਲ ਕਰਦੇ ਹਾਂ ਇਲੈਕਟ੍ਰੀਸ਼ੀਅਨ ਕਮ ਪਲੰਬਰ। ਇਹਦੇ ਵਿੱਚ ਜਨਰਲ ਦੀਆਂ ਪੋਸਟ ਕੋਡ ਹੈਗਾ ਸੋਰੀ ਰਾਜੀ 11, ਗਰੁੱਪ C ਦੀ ਪੋਸਟ ਆ। ਜਨਰਲ ਦੀਆਂ 75, EWS ਦੀਆਂ 12, OBC ਦੀਆਂ 15, SC ਦੀਆਂ 23, ST ਦੀਆਂ 3, ਟੋਟਲ 128 ਪੋਸਟਾਂ ਨੇ। ਠੀਕ।
OH ਦੀਆਂ 3 ਨੇ, HH ਦੀਆਂ 2 ਨੇ, ਅਦਰ ਦੀ 1 ਹੈ, ਐਕਸ ਸਰਵਿਸਮੈਨ ਦੀਆਂ 12 ਪੋਸਟਾਂ ਨੇ। ਅੱਗੇ ਗੱਲ ਕਰਦੇ ਹਾਂ ਲੈਬ ਅਟੈਂਡੈਂਟ। ਗਰੁੱਪ ਸੀ ਦੀ ਪੋਸਟ ਆ, ਪੋਸਟ ਕੋਡ ਹੈਗਾ ਜੀ 12। ਜਨਰਲ ਦੀਆਂ 76 ਪੋਸਟਾਂ ਨੇ, EWS ਦੀਆਂ 16 ਨੇ, OBC ਦੀਆਂ 31 ਨੇ, SC ਦੀਆਂ 28 ਨੇ, ST ਦੀਆਂ 10 ਨੇ, ਟੋਟਲ 161। ਠੀਕ। ਅਤੇ OH ਦੀਆਂ 2 ਨੇ, BH ਦੀਆਂ 1 ਨੇ, HH ਦੀਆਂ 2 ਨੇ, ਅਦਰ 2 ਤਾਂ ਐਕਸ ਸਰਵਿਸਮੈਨ ਦੀਆਂ 16 ਪੋਸਟਾਂ ਨੇ। ਨੈਕਸਟ ਆਪਾਂ ਗੱਲ ਕਰਦੇ ਹਾਂ ਮੈਸ ਹੈਲਪਰ। ਗਰੁੱਪ ਸੀ ਦੀ ਪੋਸਟ ਆ, ਪੋਸਟ ਕੋਡ ਹੈਗਾ ਜੀ 13। ਜਨਰਲ ਦੀਆਂ 216, EWS ਦੀਆਂ 44, OBC ਦੀਆਂ 43, SC ਦੀਆਂ 106, ST ਦੀਆਂ 33, ਟੋਟਲ 442 ਪੋਸਟਾਂ। OH ਦੀਆਂ 4, BH ਦੀਆਂ 4, HH ਦੀਆਂ 6, ਅਦਰ 4, ਐਕਸ ਸਰਵਿਸਮੈਨ ਦੀਆਂ 44 ਪੋਸਟਾਂ। ਠੀਕ। ਅੱਗੇ ਗੱਲ ਕਰਦੇ ਹਾਂ ਮਲਟੀਟਾਸਕਿੰਗ ਸਟਾਫ। ਠੀਕ ਹੈ ਜੀ। ਇਹ ਪੋਸਟ ਕੋਡ ਨੰਬਰ ਹੈਗਾ 14 ਔਰ ਗਰੁੱਪ ਸੀ ਦੀ ਹੀ ਪੋਸਟ ਹੈ। ਜਨਰਲ ਦੀਆਂ ਕਿੰਨੀਆਂ ਨੇ 11, EWS ਦੀਆਂ 2, OBC ਦੀਆਂ 4, SC ਦੀਆਂ 2, ST ਦੀ ਕੋਈ ਨਹੀਂ, ਟੋਟਲ 19 ਪੋਸਟਾਂ। ਠੀਕ। ਅਤੇ ਅੱਗੇ ਇੱਕ ਪੋਸਟ ਹੈ HH, 2 ਪੋਸਟਾਂ ਹੈਗੀਆਂ ਐਕਸ ਸਰਵਿਸਮੈਨ ਦੀਆਂ। ਓਕੇ। ਹਾਂਜੀ, ਇਹ ਇਹਨਾਂ ਨੇ ਮੈਂਸ਼ਨ ਕੀਤਾ ਹੋਇਆ। ਅੱਗੇ ਆਪਾਂ ਗੱਲ ਕਰਦੇ ਹਾਂ ਇਹ ਫੰਕਸ਼ਨਲ ਰਿਕੁਆਇਰਮੈਂਟ। ਠੀਕ ਹੈ ਜੀ। ਔਰ ਜੋ ਬਾਕੀ ਬੈਂਚ ਮਾਰਕ ਹੁੰਦੇ ਆ ਆਪਣੇ, ਇਹ ਇਹਨਾਂ ਨੇ ਉਹ ਮੈਂਸ਼ਨ ਕੀਤੇ ਹੋਏ ਹੈਗੇ ਹਰ ਇੱਕ ਪੋਸਟ ਦੇ ਅਕੋਰਡਿੰਗ। ਤਾਂ ਇਹ ਡਿਪੈਂਡ ਕਰੇਗਾ, ਵੇਰੀ ਕਰੇਗਾ ਪੋਸਟ ਟੂ ਪੋਸਟ। ਨੀਚੇ ਐਬਰੀਵੇਸ਼ਨਸ ਦਿੱਤੀਆਂ ਹੋਈਆਂ ਜੋ ਉੱਪਰ ਇਹਨਾਂ ਨੇ ਮੈਂਸ਼ਨ ਕੀਤਾ ਹੋਇਆ। ਠੀਕ। ਉਹਦੇ ਰਿਲੇਟਡ ਹੀ ਇਹ ਮੈਡੀਕਲ ਪ੍ਰੋਸੈਸ ਦੇ ਨਾਲ ਰਿਲੇਟਡ ਸਾਰੀ। ਅੱਗੇ ਗੱਲ ਕਰਦੇ ਹਾਂ ਕ੍ਰਾਈਟੀਰੀਆ, ਐਲੀਜੀਬਿਲਿਟੀ ਕ੍ਰਾਈਟੀਰੀਆ। ਠੀਕ। ਪਹਿਲਾਂ ਆਪਾਂ ਗੱਲ ਕਰੀ ਸੀਗੀ ਫੀਮੇਲ ਸਟਾਫ ਨਰਸ ਦੀ, ਪੋਸਟ ਕੋਡ ਸੀ 1, ਹੈ ਨਾ। ਤਾਂ ਪੇ ਸਕੇਲ ਦੀ ਗੱਲ ਕਰ ਲਈਏ, 7th ਪੇ ਸਕੇਲ ਇੱਥੇ ਲਾਗੂ ਹੋਊਗਾ। ਇਹ ਇਹਨਾਂ ਨੇ ਮੈਂਸ਼ਨ ਕੀਤਾ ਹੋਇਆ ਹੈਗਾ 44,900 ਤੋਂ ਲੈ ਕੇ 1,42,400 ਤੱਕ। ਠੀਕ ਹੈ ਜੀ। ਇਹ ਪੇ ਮੈਟ੍ਰਿਕ ਦਿੱਤਾ ਹੋਇਆ। ਔਰ ਏਜ ਦੀ ਗੱਲ ਕਰੀਏ ਤਾਂ 35 ਸਾਲ ਜਿਹੜੀ ਹੈ ਤੁਹਾਡੀ ਮਤਲਬ ਤੱਕ ਲਿਮਿਟ ਦਿੱਤੀ ਹੋਈ ਹੈ ਇਹਨਾਂ ਨੇ, ਅਪ ਟੂ 35 ਈਅਰਸ। ਠੀਕ। ਹੁਣ ਗੱਲ ਕਰਦੇ ਹਾਂ ਕੁਆਲੀਫਿਕੇਸ਼ਨ। ਤੁਹਾਡੀ ਭਾਈ BSc ਆਨਰਸ ਨਰਸਿੰਗ ਦੇ ਵਿੱਚ ਹੋਣੀ ਚਾਹੀਦੀ ਹੈ ਰਿਕਗਨਾਈਜ਼ ਯੂਨੀਵਰਸਿਟੀ ਇੰਸਟੀਚਿਊਟ ਤੋਂ, ਜਾਂ ਰੈਗੂਲਰ ਕੋਰਸ ਹੋਣਾ ਚਾਹੀਦਾ BSc ਨਰਸਿੰਗ ਦਾ ਫਰੋਮ ਰਿਕਗਨਾਈਜ਼ ਯੂਨੀਵਰਸਿਟੀ ਇੰਸਟੀਚਿਊਟ। ਹੋਰ ਕੀ ਕਰ ਸਕਦੇ ਹੋ, ਪੋਸਟ ਬੇਸਿਕ BSc ਨਰਸਿੰਗ ਫਰੋਮ ਰਿਕਗਨਾਈਜ਼ ਯੂਨੀਵਰਸਿਟੀ ਔਰ ਇੰਸਟੀਚਿਊਟ। ਠੀਕ। 3 ਆਪਸ਼ਨਸ ਦਿੱਤੀਆਂ ਇਹਨਾਂ ਨੇ। ਸੈਕਿੰਡ ਪੁਆਇੰਟ ਦੇ ਵਿੱਚ ਕਹਿੰਦੇ ਵੀ ਰਜਿਸਟਰਡ ਐਜ਼ ਅ ਨਰਸ ਔਰ ਅ ਨਰਸ ਮਿਡਵਾਈਫ RN ਔਰ RM ਵਿਦ ਐਨੀ ਸਟੇਟ ਨਰਸਿੰਗ ਕਾਊਂਸਲ। ਥਰਡ ਪੁਆਇੰਟ 2.5 year ਦਾ ਐਕਸਪੀਰੀਅੰਸ ਵੀ ਹੋਣਾ ਚਾਹੀਦਾ ਹੈ ਇਨ ਮਿਨੀਮਮ 50 bedded hospital after requiring one above। ਠੀਕ। ਤਾਂ ਇਹ ਇਹਨਾਂ ਨੇ ਮੈਂਸ਼ਨ ਕੀਤਾ ਹੋਇਆ ਜੋ ਐਲੀਜੀਬਿਲਿਟੀ ਕ੍ਰਾਈਟੀਰੀਆ ਹੈਗਾ ਫੀਮੇਲ ਸਟਾਫ ਨਰਸ ਦੇ ਵਾਸਤੇ। ਠੀਕ ਹੈ ਜੀ। ਡਿਜ਼ਾਇਰੇਬਲ ਕਹਿੰਦੇ ਵੀ ਵਰਕਿੰਗ ਨੌਲੇਜ ਹੋਣੀ ਚਾਹੀਦੀ ਹੈ, ਵਰਕਿੰਗ ਨੌਲੇਜ ਆਫ ਹਿੰਦੀ ਰੀਜਨਲ ਲੈਂਗੁਏਜ ਐਂਡ ਇੰਗਲਿਸ਼। ਠੀਕ। ਸੈਕਿੰਡ ਗੱਲ ਕਰਦੇ ਹਾਂ B ਅਸਿਸਟੈਂਟ ਸੈਕਸ਼ਨ ਆਫਿਸਰ, ਪੋਸਟ ਕੋਡ ਸੀਗਾ 2। ਤਾਂ ਪੇ ਸਕੇਲ ਇੱਥੇ 6th ਪੇ ਜਿਹੜੀ ਹੈਗੀ ਹੈ ਲੈਵਲ ਉਹ ਲਾਗੂ ਕਰ ਰਹੇ ਆ ਇਹ। ਠੀਕ ਹੈ ਜੀ। ਇਹਨਾਂ ਨੇ ਮੈਂਸ਼ਨ ਕੀਤਾ ਹੋਇਆ। ਔਰ ਏਜ ਜਿਹੜੀ ਹੈਗੀ ਹੈ ਰਾਜੇ ਤੁਹਾਡੀ 23 ਤੋਂ ਲੈ ਕੇ 33 ਸਾਲ ਦੇ ਵਿੱਚ ਤੁਸੀਂ ਹੋਣੇ ਚਾਹੀਦੇ ਹੋ। ਠੀਕ ਹੈ ਜੀ। ਕੁਆਲੀਫਿਕੇਸ਼ਨਸ ਕੀ ਨਹੀਂ ਹੈ, ਬੈਚਲਰ ਡਿਗਰੀ ਹੋਣੀ ਚਾਹੀਦੀ ਹੈ ਭਾਈ ਤੁਹਾਡੇ ਕੋਲ। ਠੀਕ ਹੈ। ਔਰ 3 year ਦਾ ਐਕਸਪੀਰੀਅੰਸ ਹੋਣਾ ਚਾਹੀਦਾ। 3 year ਐਕਸਪੀਰੀਅੰਸ ਇਨ ਐਡਮਿਨਿਸਟ੍ਰੇਸ਼ਨ ਫਾਈਨੈਂਸ਼ੀਅਲ ਮੈਟਰਸ ਇਨ ਸੈਂਟਰ ਗਵਰਨਮੈਂਟ ਆਟੋਨੋਮਸ ਆਰਗੇਨਾਈਜੇਸ਼ਨ ਅੰਡਰ ਦਾ ਸੈਂਟਰ ਗਵਰਨਮੈਂਟ। ਇਹ ਐਕਸਪੀਰੀਅੰਸ ਇਹਨਾਂ ਨੇ ਮੈਂਸ਼ਨ ਕੀਤਾ ਹੋਇਆ। ਅੱਗੇ ਗੱਲ ਕਰਦੇ ਹਾਂ ਆਡਿਟ ਅਸਿਸਟੈਂਟ ਰਿਲੇਟਡ, ਜੋ ਪੋਸਟ ਕੋਡ ਸੀਗਾ 3। ਪੇ ਸਕੇਲ ਇੱਥੇ ਵੀ 6th ਪੇ ਲੈਵਲ ਜਿਹੜਾ ਇਹਨਾਂ ਨੇ ਲਾਗੂ ਕਰਿਆ ਹੋਇਆ। ਏਜ ਜਿਹੜੀ ਹੈਗੀ 18 ਤੋਂ 30 ਸਾਲ ਇਹ ਇਹਨਾਂ ਨੇ ਮੈਂਸ਼ਨ ਕੀਤੀ ਹੋਈ ਆ। ਕੁਆਲੀਫਿਕੇਸ਼ਨ BCom ਹੋਣੀ ਚਾਹੀਦੀ ਹੈ ਕਿਸੇ ਵੀ ਰਿਕੋਗਨਾਈਜ਼ ਯੂਨੀਵਰਸਿਟੀ ਤੋਂ। ਠੀਕ ਹੈ ਜੀ। ਔਰ ਇਹਨਾਂ ਨੇ ਐਕਸਪੀਰੀਅੰਸ ਦਿੱਤਾ ਹੋਇਆ 3 year ਦਾ ਐਕਸਪੀਰੀਅੰਸ ਹੋਣਾ ਚਾਹੀਦਾ ਅਕਾਊਂਟਸ ਵਰਕ ਇਨ ਗਵਰਨਮੈਂਟ ਸੈਮੀ ਗਵਰਨਮੈਂਟ ਆਟੋਨੋਮਸ ਆਰਗੇਨਾਈਜੇਸ਼ਨਸ ਦੇ ਵਿੱਚ। ਠੀਕ ਹੈ ਜੀ। ਔਰ ਨੀਚੇ ਇਹਨਾਂ ਨੇ ਮੈਂਸ਼ਨ ਕੀਤਾ ਹੋਇਆ ਵੀ ਤੁਹਾਨੂੰ ਕੰਪਿਊਟਰ ਜਿਹੜਾ ਚਲਾਉਣਾ ਆਉਣਾ ਚਾਹੀਦਾ ਹੈ ਨਾ, ਉਹ ਇਹਨਾਂ ਨੇ ਮੈਂਸ਼ਨ ਕੀਤਾ ਹੋਇਆ। ਡਾਇਰੈਕਟਰ ਰਿਕਰੂਟਸ ਵਿਲ ਹੈਵ ਟੂ ਅਕਰ ਪ੍ਰੈਫਰੈਂਸ ਇਨ ਆਪਰੇਟਿੰਗ PC ਮਤਲਬ ਪਰਸਨਲ ਕੰਪਿਊਟਰ ਐਂਡ ਪਾਸ ਸੱਚ ਟੈਸਟ ਇਨ ਦਿਸ ਰਿਗਾਰਡ ਐਜ਼ ਅ ਸਮਿਟੀ ਮੇ ਬੀ ਰਿਕੁਆਇਰਡ। ਠੀਕ। ਇਹ ਇਹਨਾਂ ਨੇ ਮੈਂਸ਼ਨ ਕੀਤਾ ਹੋਇਆ। ਨੈਕਸਟ ਗੱਲ ਕਰਦੇ ਹਾਂ D ਯੂਨੀਅਨ ਟਰਾਂਸਲੇਸ਼ਨ ਆਫਿਸਰ, ਪੋਸਟ ਕੋਡ ਸੀ 4। ਪੇ ਲੈਵਲ ਹੈਗਾ 6। ਠੀਕ ਹੈ ਜੀ। ਏਜ ਕਹਿੰਦੇ ਭਾਈ ਤੁਹਾਡੀ 32 ਸਾਲ ਤੋਂ ਉੱਪਰ ਨਹੀਂ ਹੋਣੀ ਚਾਹੀਦੀ। ਠੀਕ ਹੈ ਜੀ। ਕੁਆਲੀਫਿਕੇਸ਼ਨ ਕੀ ਹੈਗੀ ਹੈ, ਮਾਸਟਰਸ ਡਿਗਰੀ ਆਫ ਰਿਕਗਨਾਈਜ਼ ਯੂਨੀਵਰਸਿਟੀ ਇਨ ਹਿੰਦੀ ਵਿਦ ਇੰਗਲਿਸ਼ ਐਜ਼ ਅ ਕੰਪਲਸਰੀ। ਠੀਕ ਹੈ। ਇਹਨੇ ਦਿੱਤਾ ਹੋਇਆ ਆਡੋ ਇਲੈਕਟਿਵ ਸਬਜੈਕਟ ਔਰ ਐਜ਼ ਦਾ ਮੀਡੀਅਮ ਆਫ ਐਗਜ਼ਾਮੀਨੇਸ਼ਨ ਐਟ ਦਾ ਡਿਗਰੀ ਲੈਵਲ। ਅਗਰ ਇਹ ਨਹੀਂ ਤਾਂ ਸੈਕਿੰਡ ਆਪਸ਼ਨ ਮਾਸਟਰਸ ਡਿਗਰੀ ਆਫ ਰਿਕਗਨਾਈਜ਼ ਯੂਨੀਵਰਸਿਟੀ ਇਨ ਇੰਗਲਿਸ਼ ਵਿਦ ਹਿੰਦੀ ਐਜ਼ ਅ ਕੰਪਲਸਰੀ ਔਰ ਇਲੈਕਟਿਵ ਸਬਜੈਕਟ
or as the medium of examination at the degree level. Third option ਕੀ ਦੇ ਰਹੇ ਆ, master's degree of recognized university in any subject other than Hindi or English with Hindi medium and English as a compulsory or elective subject or the medium of examination at the degree level. ठीक, अगर ए नहीं था नेक्स्ट ऑप्शन की दे रहा, मास्टर्स डिग्री ऑफ रिकॉग्नाइज्ड यूनिवर्सिटी इन एनी सब्जेक्ट अदर देन हिंदी और इंग्लिश विद इंग्लिश मीडियम एंड हिंदी एज अ कंपल्सरी और इलेक्टिव सब्जेक्ट और एज द मीडियम ऑफ एग्जामिनेशन एट द डिग्री लैवल। ठीक, ये इन्होंने मैंशन किया होया। ठीक, अगर ये नहीं था नैक्सट ऑप्शन की है अपने को मास्टर्स डिग्री होनी चाहिए किसी भी रिकॉग्नाइज्ड यूनिवर्सिटी तो इन एनी सब्जेक्ट अदर दैन हिंदी और इंग्लिश with Hindi and English as a compulsory or elective subject। ठीक, ਇਹ ਤੁਹਾਡੇ ਕੋਲ ਹੋਣੀ ਚਾਹੀਦੀ ਹੈ। ਅਗਰ ਇਹ ਨਹੀਂ ਤਾਂ either of the two as the medium of examination and the other as a compulsory of elective subject at a degree level। ਤੇ ਇਹ ਤਾਂ ਹੋ ਗਈ ਕੁਆਲੀਫਿਕੇਸ਼ਨ ਦੀ ਗੱਲ। ਸੈਕਿੰਡ ਪੁਆਇੰਟ ਇਹਨਾਂ ਨੇ ਕੀ ਦਿੱਤਾ ਹੋਇਆ, recognized diploma or certified course in translation from Hindi to English and vice versa of 2 years experience। 2 years ਐਕਸਪੀਰੀਅੰਸ ਇਹਨਾਂ ਨੇ ਇੱਥੇ ਮੰਗਿਆ ਹੋਇਆ। ਇਹ ਜਿਹੜਾ ਤੁਹਾਡਾ ਐਕਸਪੀਰੀਅੰਸ ਹੈਗਾ ਸੈਂਟਰਲ ਸਟੇਟ ਗਵਰਨਮੈਂਟ ਆਫਿਸ ਇੰਕਲੂਡਿੰਗ ਗਵਰਨਮੈਂਟ ਆਫ ਇੰਡੀਆ ਅੰਡਰਟੇਕਿੰਗ ਇਹਨਾਂ ਦਾ ਹੋਣਾ ਲਾਜ਼ਮੀ ਹੈ। ਠੀਕ ਹੈ, ਇਹ ਇਹਨਾਂ ਨੇ ਮੈਂਸ਼ਨ ਕੀਤਾ ਹੋਇਆ। ਅੱਗੇ ਗੱਲ ਕਰਦੇ ਹਾਂ ਲੀਗਲ ਅਸਿਸਟੈਂਟ ਪੋਸਟ ਕੋਡ CG5 ਪੇ ਲੈਵਲ ਹੈਗਾ ਭਾਈ 7। ਠੀਕ, ਅਤੇ ਏਜ ਜਿਹੜੀ ਹੈਗੀ ਹੈ ਉਹ ਹੋਣੀ ਚਾਹੀਦੀ ਹੈ 23 ਤੋਂ 35 ਸਾਲ। ਕੁਆਲੀਫਿਕੇਸ਼ਨਸ ਦਿੱਤੀ ਹੈ ਰਾਜੇ ਇਹਨਾਂ ਨੇ ਡਿਗਰੀ ਇਨ ਲਾਅ ਫਰੋਮ ਰਿਕਗਨਾਈਜ਼ਡ ਯੂਨੀਵਰਸਿਟੀ 3 years ਦਾ ਜਿਹੜਾ ਤੁਹਾਡਾ ਐਕਸਪੀਰੀਅੰਸ ਹੋਣਾ ਚਾਹੀਦਾ ਹੈਂਡਲਿੰਗ ਲੀਗਲ ਕੇਸਿਸ ਇਨ ਗਵਰਨਮੈਂਟ ਡਿਪਾਰਟਮੈਂਟ ਆਟੋਨੋਮਸ ਬੋਡੀਜ਼ PSU। ਠੀਕ, ਇਹ ਇਹਨਾਂ ਨੇ ਮੈਂਸ਼ਨ ਕੀਤਾ। ਹੋਰ ਡਿਜ਼ਾਇਰੇਬਲ ਕੀ ਇਹਨਾਂ ਦੀ ਹੈ ਰਿਕੁਆਇਰਮੈਂਟ ਵਰਕਿੰਗ ਨੌਲੇਜ ਆਫ ਕੰਪਿਊਟਰ ਆਪਰੇਸ਼ਨ, ਕੰਪਿਊਟਰ ਤੁਹਾਨੂੰ ਹੋਣਾ ਚਾਹੀਦਾ ਬੇਸਿਕਸ, ਔਰ ਵਰਕਿੰਗ ਨੌਲੇਜ ਆਫ ਹਿੰਦੀ ਐਂਡ ਇੰਗਲਿਸ਼ ਇਹ ਆਉਣੀ ਜ਼ਰੂਰੀ ਆ। ਨੈਕਸਟ ਗੱਲ ਕਰਦੇ ਹਾਂ ਸਟੈਨੋਗ੍ਰਾਫਰ ਦੀ। ਪੋਸਟ ਕੋਡ ਹੈ 6, ਪੇ ਲੈਵਲ ਹੈਗਾ ਜੀ 4। ਓਕੇ, ਏਜ ਲਿਮਿਟ ਹੈਗੀ ਆ 18 ਤੋਂ 27 ਸਾਲ। ਔਰ ਜੋ ਕੁਆਲੀਫਿਕੇਸ਼ਨ ਹੈ +2 ਹੋਣੀ ਚਾਹੀਦੀ ਤੁਹਾਡੀ ਕਿਸੇ ਵੀ ਬੋਰਡ ਜਾਂ ਯੂਨੀਵਰਸਿਟੀ ਤੋਂ। ਸਕਿੱਲ ਟੈਸਟ ਨੋਰਮਲ ਜੋ ਇਹਨਾਂ ਨੇ ਮੈਂਸ਼ਨ ਕੀਤਾ ਹੋਇਆ, ਡਿਟੈਕਸ਼ਨ ਹੋਏਗੀ 10। ਠੀਕ ਹੈ, MTS ਮਤਲਬ ਉਹਦੇ ਵਿੱਚ ਤੁਸੀਂ 80 ਵਰਡ ਪਰ ਮਿੰਟ ਕਰਨੇ ਹੋਣਗੇ ਜਾਂ ਟਰਾਂਸਕ੍ਰਿਪਸ਼ਨ ਦੇਣੀ ਹੈ ਤੁਹਾਨੂੰ 50 MTS। ਠੀਕ ਹੈ, ਇੰਗਲਿਸ਼ ਦੀ ਔਰ 65 ਜਿਹੜੀ ਹੈਗੀ ਹੈ ਹਿੰਦੀ ਦੀ ਕੰਪਿਊਟਰ ਦੇ ਉੱਪਰ ਹੋਏਗਾ ਇਹ। ਠੀਕ, ਤਾਂ ਨੈਕਸਟ ਹੈਗਾ ਕੰਪਿਊਟਰ ਆਪਰੇਟਰ ਪੋਸਟ ਕੋਡ ਹੈਗਾ ਜੀ 7। ਪੇ ਸਕੇਲ ਜਿਹੜਾ ਹੈਗਾ 4th ਪੇ ਸਕੇਲ ਇੱਥੇ ਲਾਗੂ ਕਰ ਰਹੇ ਆ। ਏਜ ਲਿਮਿਟ ਜਿਹੜੀ ਹੈਗੀ ਆ ਰਾਜੇ ਉਹ ਹੈਗੀ ਆ 18 ਤੋਂ 30 ਸਾਲ। ਠੀਕ ਹੈ, ਕੁਆਲੀਫਿਕੇਸ਼ਨ ਕੀ ਹੈਗੀ BCA BSc ਕੰਪਿਊਟਰ ਸਾਇੰਸ IT ਇਹਦੇ ਵਿੱਚ ਤੁਹਾਡੀ ਕੀਤੀ ਹੋਵੇ ਕਿਸੇ ਰਿਕੋਗਨਾਈਜ਼ਡ ਯੂਨੀਵਰਸਿਟੀ ਤੋਂ। BE ਔਰ BTech ਕੰਪਿਊਟਰ ਸਾਇੰਸ ਔਰ IT ਦੇ ਵਿੱਚ ਕੀਤੀ ਹੋਵੇ। ਠੀਕ, ਇਹ ਇਹਨਾਂ ਨੇ ਮੈਂਸ਼ਨ ਕੀਤਾ ਹੋਇਆ ਔਰ ਇਹਦੇ ਲਈ ਕੋਈ ਵੀ ਐਕਸਪੀਰੀਅੰਸ ਇਹਨਾਂ ਨੇ ਨਹੀਂ ਮੰਗਿਆ ਹੈਗਾ। ਨੈਕਸਟ ਗੱਲ ਕਰਦੇ ਹਾਂ ਕੈਟਰਿੰਗ ਸੁਪਰਵਾਈਜ਼ਰ ਦੀ। ਇਹਦਾ ਪੋਸਟ ਕੋਡ ਹੈਗਾ ਜੀ 8, ਪੇ ਲੈਵਲ ਹੈਗਾ 4th। ਠੀਕ, ਔਰ ਅਪਰ ਏਜ ਲਿਮਿਟ 35 ਈਅਰ ਤੁਸੀਂ ਅਪਲਾਈ ਕਰ ਸਕਦੇ ਹੋ। ਔਰ ਕੁਆਲੀਫਿਕੇਸ਼ਨ ਕੀ ਹੈਗੀ ਬੈਚਲਰਸ ਡਿਗਰੀ ਇਨ ਹੋਟਲ ਮੈਨੇਜਮੈਂਟ ਦੇ ਵਿੱਚ। ਠੀਕ ਹੈ, ਫਰੋਮ ਐਨੀ ਇੰਸਟੀਟਿਊਟ ਰਿਕੋਗਨਾਈਜ਼ਡ ਬਾਈ ਮਿਨਿਸਟਰੀ ਆਫ ਟੂਰਿਜ਼ਮ ਗਵਰਨਮੈਂਟ ਆਫ ਇੰਡੀਆ ਐਂਡ ਸਟੇਟ ਗਵਰਨਮੈਂਟ। ਠੀਕ, ਅਤੇ ਜੇ ਇਹ ਨਹੀਂ ਤਾਂ ਨੀਚੇ ਇਹਨਾਂ ਨੇ ਮੈਂਸ਼ਨ ਕੀਤਾ ਟ੍ਰੇਡ ਪ੍ਰੋਫੀਸ਼ੀਐਂਸੀ ਸਰਟੀਫਿਕੇਟ ਹੋਣਾ ਚਾਹੀਦਾ ਕੇਟਰਿੰਗ ਵਿਦ ਦਾ ਮਿਨੀਮਮ 10 years ਸਰਵਿਸ ਇਨ ਡਿਫੈਂਸ ਸਰਵਿਸ ਆਫ ਰੈਗੂਲਰ ਸਟੈਬਲਿਸ਼ਮੈਂਟ। ਇਹ ਜਿਹੜੀ ਹੈਗੀ ਹੈ ਇਹ ਜਸਟ ਐਕਸ ਸਰਵਿਸਮੈਨ ਦੇ ਲਈ ਹੀ ਹੈ। ਨੈਕਸਟ ਗੱਲ ਕਰਦੇ ਹਾਂ ਆਪਾਂ ਮੈਂਸ਼ਨ ਕੀਤਾ ਹੋਇਆ ਇਹਨਾਂ ਨੇ ਜੂਨੀਅਰ ਸੈਕਟਰੀਏਟ ਅਸਿਸਟੈਂਟ। ਠੀਕ ਹੈ, ਇਹ ਪੋਸਟ ਕੋਡ ਨੰਬਰ 9। ਇਹਦੇ ਵਿੱਚ 2nd ਪੇ ਲੈਵਲ ਲਾਗੂ ਕੀਤਾ ਹੋਇਆ। ਠੀਕ ਹੈ ਜੀ, ਔਰ ਜਿਹੜੀ ਏਜ ਹੈ ਜੀ ਉਹ ਤੁਹਾਡੀ 18 ਤੋਂ 27 ਸਾਲ ਦੇ ਵਿੱਚ ਹੋਣੀ ਚਾਹੀਦੀ ਹੈ। ਕੁਆਲੀਫਿਕੇਸ਼ਨ ਕੀ ਹੈ +2 ਕੀਤੀ ਹੋਣੀ ਚਾਹੀਦੀ ਤੁਹਾਡੀ। ਠੀਕ ਹੈ, ਔਰ ਮਿਨੀਮਾਈਜ਼ ਸਪੀਡ 30 ਵਰਡ ਪਰ ਮਿੰਟ ਇੰਗਲਿਸ਼ ਟਾਈਪ ਰਾਈਟਿੰਗ ਔਰ ਇਹ ਨਹੀਂ ਤਾਂ 25 ਵਰਡ ਪਰ ਮਿੰਟ ਜਿਹੜਾ ਹਿੰਦੀ ਹੋਣੀ ਚਾਹੀਦੀ ਹੈ ਟਾਈਪਿੰਗ ਸਪੀਡ। ਅਗਰ ਇਹ ਨਹੀਂ ਤਾਂ ਨਾਲ ਇੱਕ ਹੋਰ ਆਪਸ਼ਨ ਦਿੱਤੀ ਇਹਨਾਂ ਨੇ ਪਾਸਡ +2 ਲੈਵਲ ਆ ਸੈਕੰਡਰੀ ਸੀਨੀਅਰ ਸੈਕੰਡਰੀ ਫਰੋਮ CBSE ਸਟੇਟ ਬੋਰਡ ਵਿਦ ਇਹਨਾਂ ਨੇ ਜੋ ਵੀ ਮੈਂਸ਼ਨ ਕੀਤਾ ਹੋਇਆ ਹੈ ਨਾ ਤਾਂ ਵਿਦ ਸੈਕਟਰੀਏਟ ਪ੍ਰੈਕਟਿਸ ਐਂਡ ਆਫਿਸ ਮੈਨੇਜਮੈਂਟ ਐਜ਼ ਅ ਵੋਕੇਸ਼ਨਲ ਸਬਜੈਕਟ ਇਹ ਹੋਣੀ ਜ਼ਰੂਰੀ ਹੈ। ਤਾਂ ਡਿਜ਼ਾਇਰੇਬਲ ਉਹ ਇਹਨਾਂ ਨੇ ਦਿੱਤਾ ਹੋਇਆ ਦੇਖੋ ਨੌਲੇਜ ਆਫ ਕੰਪਿਊਟਰ ਤੁਹਾਨੂੰ ਆਉਣਾ ਚਾਹੀਦਾ ਹੈ ਨਾ। ਡਾਟਾ ਐਂਟਰੀ ਦਾ ਕੰਮ ਜਿਹੜਾ ਹੈਗਾ ਉਹ +2 ਲੈਵਲ 'ਤੇ ਜੋ ਦਿੱਤਾ ਹੋਇਆ ਇਹਨਾਂ ਨੇ ਔਰ ਥਰੂ 6 month ਡਿਪਲੋਮਾ ਕੰਪਿਊਟਰ ਦਾ ਤੁਹਾਨੂੰ ਜਿਹੜਾ ਹੈਗਾ ਉਹ ਤੁਹਾਡੇ ਕੋਲ ਹੋਵੇ। ਨੈਕਸਟ ਗੱਲ ਕੀਤੀ ਹੈ ਐਕਸਪੀਰੀਅੰਸ ਹੋਵੇ ਅਕਾਊਂਟਸ ਦੇ ਵਿੱਚ ਐਡਮਿਨਿਸਟ੍ਰੇਟਿਵ ਮੈਟਰ ਜੋ ਗਵਰਨਮੈਂਟ ਸੈਮੀ ਗਵਰਨਮੈਂਟ ਆਟੋਨੋਮਸ ਗਵਰਨਮੈਂਟ ਔਰਗਨਾਈਜੇਸ਼ਨਸ ਦੇ ਵਿੱਚ। ਠੀਕ, ਔਰ ਨੀਚੇ ਆ ਦਿੱਤਾ ਹੀ ਹੋਇਆ ਇਹਨਾਂ ਨੇ ਨੋਟ ਸਪੈਸ਼ਲੀ ਹੈ ਨਾ ਜੇ ਕੋਈ ਕੰਪਿਊਟਰ ਟੈਸਟ ਦੀ ਜ਼ਰੂਰਤ ਪਈ ਤਾਂ ਉਹ ਤੁਹਾਡੇ ਕੋਲ ਪਾਸ ਹੋਣਾ ਜ਼ਰੂਰੀ ਹੈ।
ਨੈਕਸਟ ਗੱਲ ਕਰਦੇ ਹਾਂ ਜੂਨੀਅਰ ਸੈਕਟਰੀਏਟ ਅਸਿਸਟੈਂਟ। ਇਹ JNV ਕੇਡਰ ਦੇ ਵਿੱਚ ਹੀ ਹੈ। ਇਹਦੇ ਵਿੱਚ ਸੈਕਿੰਡ ਪੇ ਲੈਵਲ ਹੀ ਜਿਹੜਾ ਹੈਗਾ ਲਾਗੂ ਕੀਤਾ ਹੋਇਆ ਹੈਗਾ, ਠੀਕ ਹੈ ਜੀ। ਔਰ ਕੁਆਲੀਫਿਕੇਸ਼ਨ ਕੀ ਹੈਗੀ ਹੈ, +2 ਹੋਣੀ ਚਾਹੀਦੀ ਹੈ। ਸੇਮ ਹੈ 30 ਵਰਡ ਪਰ ਮਿੰਟ ਇੰਗਲਿਸ਼ ਸਪੀਡ, 25 ਵਰਡ ਪਰ ਮਿੰਟ ਹਿੰਦੀ ਦੀ ਸਪੀਡ, ਠੀਕ ਹੈ ਜੀ। ਔਰ +2 ਲੈਵਲ 'ਤੇ ਉਹ ਇਹਨਾਂ ਨੇ ਜੋ ਮੈਂਸ਼ਨ ਕੀਤਾ ਹੋਇਆ ਤੁਹਾਡੇ ਕੋਲ ਐਜ਼ ਵੋਕੇਸ਼ਨਲ ਸਬਜੈਕਟ ਤੁਹਾਡੇ ਕੋਲ ਪੜ੍ਹਿਆ ਹੋਵੇ। ਆਫਿਸ ਮੈਨੇਜਮੈਂਟ। ਨੈਕਸਟ ਜਿਹੜਾ ਡਿਜ਼ਾਇਰੇਬਲ ਕੁਆਲੀਫਿਕੇਸ਼ਨ ਉਹੀ ਹੈ ਕੰਪਿਊਟਰ ਦਾ ਤੁਹਾਡਾ 6 ਮਹੀਨਿਆਂ ਦਾ ਹੋਣਾ ਚਾਹੀਦਾ ਹੈ। ਔਰ ਨੀਚੇ ਵੀ ਡਾਇਰੈਕਸ਼ਨ ਜੋ ਦਿੱਤੀਆਂ ਹੋਈਆਂ ਨੇ ਡਾਇਰੈਕਸ਼ਨਸ, ਮਤਲਬ ਵੀ ਕੰਪਿਊਟਰ ਤੁਹਾਡਾ ਟੈਸਟ ਤੁਹਾਡੇ ਵੱਲੋਂ ਪਾਸ ਹੋਣਾ ਜ਼ਰੂਰੀ ਆ ਅਗਰ ਇਹਨਾਂ ਵੱਲੋਂ ਕੰਡਕਟ ਹੁੰਦਾ ਤਾਂ। ਨੈਕਸਟ ਗੱਲ ਕਰਦੇ ਹਾਂ ਇਲੈਕਟ੍ਰੀਸ਼ੀਅਨ ਕਮ ਪਲੰਬਰ ਦੀ। ਪੋਸਟ ਕੋਡ ਹੈਗਾ 11। ਇਹਦੇ ਵਿੱਚ 10ਵੀਂ ਪਾਸ ਕੀਤੀ ਹੋਵੇ ਔਰ ITI ਤੁਹਾਡੀ ਜਿਹੜੀ ਇਲੈਕਟ੍ਰੀਸ਼ੀਅਨ ਔਰ ਵਾਇਰਮੈਨ ਦੇ ਟ੍ਰੇਡ ਦੇ ਵਿੱਚ ਕੀਤੀ ਹੋਣੀ ਚਾਹੀਦੀ ਹੈ। ਔਰ 2 ਈਅਰ ਦਾ ਐਕਸਪੀਰੀਅੰਸ ਵੀ ਤੁਹਾਨੂੰ ਹੋਣਾ ਚਾਹੀਦਾ ਇਲੈਕਟ੍ਰੀਕਲ ਇੰਸਟਾਲੇਸ਼ਨ ਵਾਇਰਿੰਗ ਪਲੰਬਿੰਗ ਦਾ, ਠੀਕ ਹੈ ਜੀ। 2 ਈਅਰ ਦਾ ਐਕਸਪੀਰੀਅੰਸ ਇਹਨਾਂ ਨੇ ਮੈਂਡੇਟਰੀ ਕੀਤਾ ਹੋਇਆ। ਅੱਗੇ ਗੱਲ ਕਰਦੇ ਹਾਂ ਇਹਦੇ ਵਿੱਚ ਏਜ ਜਿਹੜੀ ਹੈਗੀ ਆ 18 ਤੋਂ 40 ਸਾਲ ਆ, ਓਕੇ ਠੀਕ ਹੈ। ਅੱਗੇ ਗੱਲ ਕਰਦੇ ਹਾਂ ਲੈਬ ਅਟੈਂਡੈਂਟ ਦੀ। ਇਹਦੇ ਵਿੱਚ ਜਿਹੜਾ ਫਸਟ ਪੇ ਲੈਵਲ ਇਹਨਾਂ ਨੇ ਲਾਗੂ ਕੀਤਾ ਹੋਇਆ, ਏਜ ਜਿਹੜੀ ਹੈ 18 ਤੋਂ 30 ਸਾਲ ਹੋਣੀ ਚਾਹੀਦੀ ਆ। 10ਵੀਂ ਤੁਹਾਡੇ ਵੱਲੋਂ ਪਾਸ ਹੋਣੀ ਚਾਹੀਦੀ ਹੈ ਔਰ ਡਿਪਲੋਮਾ ਹੋਣਾ ਚਾਹੀਦਾ ਲੈਬ ਟੈਕਨੀਕਸ ਦਾ। 12th ਜਿਹੜੀ ਹੈਗੀ ਆ ਉਹ ਵਿਦ ਸਾਇੰਸ ਸਟਰੀਮ ਇਹ ਤੁਹਾਡੇ ਵੱਲੋਂ ਪਾਸ ਹੋਣੀ ਜ਼ਰੂਰੀ ਆ। ਅੱਗੇ ਗੱਲ ਕਰਦੇ ਹਾਂ ਮੈਸ ਹੈਲਪਰ, ਪੋਸਟ ਕੋਡ 13। ਪੇ ਲੈਵਲ ਮੈਂਸ਼ਨ ਕੀਤਾ ਹੋਇਆ, ਏਜ ਮੈਂਸ਼ਨ ਕੀਤੀ ਹੋਈ ਆ। ਕੁਆਲੀਫਿਕੇਸ਼ਨਸ 10ਵੀਂ ਤੁਹਾਡੇ ਵੱਲੋਂ ਹੋਣੀ ਚਾਹੀਦੀ ਆ। 5 ਈਅਰ ਦਾ ਐਕਸਪੀਰੀਅੰਸ ਹੋਣਾ ਚਾਹੀਦਾ, ਠੀਕ। 5 years experience of working in a government residential organizations ਮੈਸ ਸਕੂਲ ਮੈਸ, ਠੀਕ। ਔਰ ਪਾਸਿੰਗ ਆਫ ਸਕਿੱਲ ਟੈਸਟ ਜੋ ਵੀ ਇਹਨਾਂ ਵੱਲੋਂ ਹੋਏਗਾ NVS ਦੇ ਵੱਲੋਂ ਉਹ ਜ਼ਰੂਰੀ ਆ। ਅੱਗੇ ਗੱਲ ਕਰਦੇ ਹਾਂ ਮਲਟੀਟਾਸਕਿੰਗ ਸਟਾਫ, ਪੋਸਟ ਕੋਡ ਹੈਗੀ ਹੈ 14। ਪੇ ਸਕੇਲ ਇਹਨਾਂ ਨੇ ਮੈਂਸ਼ਨ ਕੀਤਾ ਹੋਇਆ, ਏਜ 18 ਤੋਂ 30 ਸਾਲ। ਭਾਈ ਤੁਹਾਡੇ ਵੱਲੋਂ 10ਵੀਂ ਪਾਸ ਤੁਸੀਂ ਹੋਣੀ ਚਾਹੀਦੀ ਹੋ ਮਲਟੀਟਾਸਕਿੰਗ ਸਟਾਫ ਦੇ ਲਈ, ਠੀਕ। ਅਤੇ ਅੱਗੇ ਏਜ ਰਿਲੈਕਸੇਸ਼ਨ ਦੀ ਗੱਲ ਕਰਦੇ ਹਾਂ, ਜੋ ਵੀ ਹੈ ਇਹਨਾਂ ਨੇ ਮੈਂਸ਼ਨ ਕੀਤਾ ਹੋਇਆ ਹੈਗਾ। ਸ਼ਡਿਊਲ ਕਾਸਟ ਸ਼ਡਿਊਲ ਟਰਾਈਬ ਲਈ ਜਿਹੜਾ ਹੈਗਾ 5 years ਦਾ, ਠੀਕ ਹੈ। ਰਿਲੈਕਸੇਸ਼ਨ ਇਹਨਾਂ ਨੇ ਮੈਂਸ਼ਨ ਕੀਤੀ ਹੋਈ ਆ। OBC ਦੇ ਲਈ 3 years ਦੀ ਹੈਗੀ ਆ ਫॉर द पोस्ट ऑफ ਮੈਸ ਹੈਲਪਰ। ਏਜ ਰਿਲੈਕਸੇਸ਼ਨ ਆਫ ਦ ਐਕਸਟੈਂਡ ਆਫ ਪੀਰੀਅਡ ਸਪੈਂਡ ਐਜ਼ ਅ casual laborer in JNV's mess including broken period if any will be given provided that one stretch of such service is more than 6 months। ਤਾਂ ਇਹ ਇਹਨਾਂ ਨੇ ਮੈਂਸ਼ਨ ਕੀਤਾ ਹੋਇਆ, ਕੋਈ ਖਾਸ ਨਹੀਂ। ਅੱਗੇ ਗੱਲ ਕਰਦੇ ਹਾਂ ਮਲਟੀਟਾਸਕਿੰਗ ਸਟਾਫ, 5 years ਦਾ ਐਕਸਪੀਰੀਅੰਸ, ਠੀਕ ਹੈ। NVS ਦਾ ਜੋ ਹੈਗਾ ਇਹ ਵਰਕਿੰਗ ਐਜ਼ ਅ ਕੰਟਰੈਕਟ ਬੇਸਡ ਡੇਲੀ ਵੇਜਿਸ 'ਤੇ ਇਹ ਕਾਊਂਟ ਕਰਨਗੇ। ਅੱਗੇ ਗੱਲ ਕਰਦੇ ਹਾਂ ਕੈਂਡੀਡੇਟਸ ਵਿਦ 3 years ਕੰਟੀਨਿਊ ਸਰਵਿਸ ਇਨ ਸੈਂਟਰਲ ਗਵਰਨਮੈਂਟ ਆਟੋਨੋਮਸ ਬੋਡੀਜ਼ NVS, ਹੈ ਨਾ। ਤਾਂ ਮੈਸ ਹੈਲਪਰ ਅਤੇ MTS ਤੋਂ ਬਿਨਾਂ ਪ੍ਰੋਵਾਈਡ ਦਾ ਪੋਸਟਸ ਆਰ ਦਾ ਸੇਮ ਔਰ ਅਲਾਈਡ ਕੇਡਰ 5 years ਦੀ ਰਿਲੈਕਸੇਸ਼ਨ ਦੇ ਰਹੇ ਆ। ਅਤੇ ਦੇਖੋ ਉੱਪਰ ਵੀ ਮਲਟੀਟਾਸਕਿੰਗ ਸਟਾਫ ਲਈ ਵੀ 5 years ਦੀ ਸੀਗੀ, ਠੀਕ ਹੈ। ਇਹ ਇਹਨਾਂ ਨੇ ਮੈਂਸ਼ਨ ਕੀਤਾ ਸੀਗਾ। ਅੱਗੇ ਪਰਸਨ ਵਿਦ ਡਿਸੇਬਿਲਿਟੀ ਲਈ, ਠੀਕ ਹੈ। ਅਗਰ SC ST ਹੈ ਤਾਂ 15 ਸਾਲ ਲਈ ਹੈ, OBC ਹੈ ਤਾਂ 13 ਸਾਲ ਦੀ ਹੈ, ਜਨਰਲ ਹੈ ਤਾਂ 10 years ਦੀ, ਠੀਕ। ਇਹ ਇਹਨਾਂ ਨੇ ਮੈਂਸ਼ਨ ਕੀਤਾ ਹੋਇਆ। ਅੱਗੇ ਐਕਸ ਸਰਵਿਸਮੈਨ ਦਾ ਦਿੱਤਾ ਹੋਇਆ ਇਹਨਾਂ ਨੇ, ਠੀਕ। ਤਾਂ ਅੱਗੇ ਹੋਰ ਕੀ ਮੈਂਸ਼ਨ ਕੀਤਾ ਹੋਇਆ ਇਹਨਾਂ ਨੇ, ਦੇਖੋ ਰਾਜੇ ਕੱਟ ਆਫ ਜਿਹੜੀ ਹੈਗੀ ਆ ਦ ਕੱਟ ਆਫ ਡੇਟ, ਹੈ ਨਾ, ਫॉर डिटरमाइनिंग वेरियस एलिजिबिलिटी क्राइटेरिया एजुकेशन क्वालिफिकेशन एज लिमिट विल बी क्लोजिंग डेट फॉर सबमिशन और ऑनलाइन एप्लीकेशन, ठीक है। वाई इन इंडिया यही ਦਿੱਤਾ ਹੋਇਆ, ਹੋਰ ਕੁਛ ਨਹੀਂ ਹੈਗਾ। ਅਤੇ ਕੁੱਲ ਮਿਲਾ ਕੇ ਵੈਸੇ ਪੇਪਰ ਹੋਊਗਾ। ਅੱਗੇ ਆਹ EWS ਦੇ ਲਈ ਦਿੱਤੇ ਹੋਇਆ ਇਹਨਾਂ ਨੇ, ਠੀਕ ਹੈ, ਰਿਲੈਕਸੇਸ਼ਨ। ਤਾਂ ਕੁੱਲ ਮਿਲਾ ਕੇ ਆਪਾਂ ਮੇਨ ਚੀਜ਼ਾਂ ਕਰ ਲਈਆਂ। ਅੱਗੇ ਗੱਲ ਕਰਦੇ ਮੋਡ ਆਫ ਸਿਲੈਕਸ਼ਨ, ਠੀਕ ਹੈ। ਤਾਂ ਪੇਪਰ ਹੋਊਗਾ, ਫਿਰ ਇੰਟਰਵਿਊ ਹੋਊਗੀ, ਉਹ ਡਿਪੈਂਡ ਕਰੇਗਾ ਕਿਹੜੀ ਪੋਸਟ ਲਈ ਹੈ ਕਿਹੜੀ ਲਈ ਨਹੀਂ, ਹੈ ਨਾ। ਅਲੱਗ-ਅਲੱਗ ਪੋਸਟਾਂ ਨੇ ਅਤੇ ਅਲੱਗ-ਅਲੱਗ ਪੋਸਟਾਂ ਦੇ ਅਕੋਰਡਿੰਗ ਇਹ ਜਿਹੜਾ ਕ੍ਰਾਈਟੀਰੀਆ ਇਹਨਾਂ ਨੇ ਮੈਂਸ਼ਨ ਕੀਤਾ ਹੋਇਆ, ਠੀਕ ਹੈ ਜੀ। ਤਾਂ ਅੱਗੇ ਗੱਲ ਕਰਦੇ ਹਾਂ ਸਿਟੀਜ਼ ਦਿੱਤੇ ਆ ਸਾਰੇ ਸਟੇਟਸ ਦੇ ਅਕੋਰਡਿੰਗ, ਠੀਕ ਹੈ। ਤਾਂ ਅੱਗੇ ਗੱਲ ਕਰਦੇ ਹਾਂ ਆਪਾਂ ਇਹਨਾਂ ਨੇ ਸਕੀਮ ਦਿੱਤੀ ਹੈ, ਠੀਕ ਹੈ, ਫॉर द पोस्ट ऑफ फीमेल स्टाफ नर्स। ਤਾਂ ਰੀਜ਼ਨਿੰਗ ਆਏਗੀ, GK ਆਏਗੀ, ਕਰੰਟ ਅਫੇਅਰਸ ਆਉਣਗੇ, ਹੈ ਨਾ। ਤਾਂ ਜਨਰਲ ਇੰਗਲਿਸ਼, ਹਿੰਦੀ ਇਹ ਸਬਜੈਕਟਸ ਦੇ ਹੋਣਗੇ ਤੁਹਾਡੇ। ਰੀਜ਼ਨਿੰਗ 15 ਨੰਬਰ ਦੀ ਆਏਗੀ, ਜਨਰਲ ਅਵੇਅਰਨੈਸ ਵੀ 15 ਦੀ ਆਏਗੀ, ਠੀਕ ਹੈ। ਇੰਗਲਿਸ਼ ਅਤੇ ਹਿੰਦੀ 20 ਮਾਰਕਸ ਦੀ ਆਏਗੀ। ਔਰ ਜੋ ਟਾਈਮ ਹੋਏਗਾ ਉਹ ਭਾਈ ਤੁਹਾਡਾ 2.5 ਘੰਟਿਆਂ ਦਾ ਪੇਪਰ ਹੋਏਗਾ, ਬਹੁਤ ਹੈ 2.5 ਘੰਟੇ। ਚੌਥਾ ਪਾਰਟ ਜਿਹੜਾ ਇਹਦੇ ਵਿੱਚ ਦਿੱਤਾ ਸਬਜੈਕਟ ਨੌਲੇਜ ਹੋਏਗੀ, 70 ਕੁਐਸਚਨ ਉਹਦੇ ਆਉਣਗੇ, ਠੀਕ ਹੈ। ਤਾਂ 70 ਮਾਰਕਸ ਦੇ ਹੋਣਗੇ ਤਾਂ ਟੋਟਲ 120 ਬਣ ਗਿਆ, 120 ਕੁਐਸਚਨਸ ਹੋਣਗੇ ਤੁਹਾਡੇ, ਠੀਕ ਹੈ। ਅੱਗੇ ਆਪਾਂ ਗੱਲ ਕਰਦੇ ਹਾਂ ਅਸਿਸਟੈਂਟ ਸੈਕਸ਼ਨ ਆਫਿਸਰ। ਅੱਗੇ ਆਪਾਂ ਗੱਲ ਕਰਦੇ ਹਾਂ ਅਸਿਸਟੈਂਟ ਸੈਕਸ਼ਨ ਆਫਿਸਰ। ਇਹਦੇ ਵਿੱਚ ਰੀਜ਼ਨਿੰਗ ਦਿੱਤੀ ਹੋਈ ਆ, ਕੁਆਂਟੀਟਿਵ ਐਪਟੀਟਿਊਡ ਦਿੱਤਾ ਹੋਇਆ,
ਤੇ ਰੀਜ਼ਨਿੰਗ 15 ਨੰਬਰ ਦੀ ਆਏਗੀ, ਕੁਆਂਟੀਟੀ ਐਪਟੀਟਿਊਡ ਵੀ 15 ਨੰਬਰ ਦਾ ਆਏਗਾ, ਠੀਕ ਹੈ ਜੀ। ਲੈਂਗੁਏਜ ਜਿਹੜੀ ਹੈਗੀ ਹੈ ਉਹ ਵੀ ਮਤਲਬ 15 ਇੰਗਲਿਸ਼ ਅਤੇ 15 ਹਿੰਦੀ ਦੇ ਤੁਹਾਡੇ, ਠੀਕ ਹੈ। ਔਰ ਕੰਪਿਊਟਰ ਦੀ ਜੋ ਬੇਸਿਕ ਨੌਲੇਜ ਆਫ ਕੰਪਿਊਟਰ, ਇਹ ਵੀ ਤੁਹਾਡਾ ਜੋ ਜਨਰਲ ਅਵੇਅਰਨੈਸ ਐਂਡ ਕਰੰਟ ਅਫੇਅਰ ਦਾ 10 ਮਾਰਕਸ ਇਹ ਆਉਣਗੇ। ਔਰ ਨੈਕਸਟ ਦਿੱਤਾ 4th ਪਾਰਟ ਜਿਹੜਾ ਹੈਗਾ, ਠੀਕ ਹੈ, ਉਹ ਆਫਿਸ ਮੈਨੂਅਲ ਦੇ ਨਾਲ ਰਿਲੇਟਡ, ਤਾਂ 50 ਮਾਰਕਸ ਦਾ ਇਹ ਆਏਗਾ ਅਸਿਸਟੈਂਟ ਸੈਕਸ਼ਨ ਆਫਿਸਰ ਦੇ ਲਈ। ਔਰ ਟੋਟਲ 120 ਕੁਐਸਚਨ ਹੋਣਗੇ ਔਰ 2.5 ਘੰਟਿਆਂ ਦਾ ਇੱਥੇ ਵੀ ਟਾਈਮ ਹੋਏਗਾ ਤੁਹਾਡੇ ਕੋਲ। ਅੱਗੇ ਗੱਲ ਕਰਦੇ ਹਾਂ ਪੋਸਟ ਆਫ ਆਡਿਟ ਅਸਿਸਟੈਂਟ। ਇਹਦੇ ਵਿੱਚ ਵੀ ਰੀਜ਼ਨਿੰਗ 20 ਕੁਐਸਚਨ ਆਉਣਗੇ, ਮੈਥ ਦੇ ਵੀ 20 ਕੁਐਸਚਨ ਆਉਣਗੇ, ਇੰਗਲਿਸ਼ ਅਤੇ ਹਿੰਦੀ ਦੇ ਵੀ ਮਤਲਬ 10-10 ਕੁਐਸਚਨ 20 ਬਣ ਗਏ ਟੋਟਲ, ਠੀਕ ਹੈ ਜੀ। ਕੰਪਿਊਟਰ ਅਤੇ ਜਨਰਲ ਅਵੇਅਰਨੈਸ ਨਾਲ ਰਿਲੇਟਡ 20 ਕੁਐਸਚਨ ਆਉਣਗੇ, ਠੀਕ ਹੈ ਜੀ। ਸਬਜੈਕਟ ਨੌਲੇਜ ਜੋ ਵੀ ਹੈ ਸਬਜੈਕਟ ਨਾਲ ਰਿਲੇਟਡ ਹੈ ਮੈਂਸ਼ਨ ਕੀਤਾ ਹੋਇਆ, 40 ਕੁਐਸਚਨ ਇਹ ਆਉਣਗੇ। ਟੋਟਲ 130 ਕੁਐਸਚਨ ਬਣ ਗਏ, ਠੀਕ ਹੈ ਜੀ। ਤਾਂ ਟੋਟਲ ਮਾਰਕਸ ਵੀ ਰਾਜੇ 130 ਹੋਣਗੇ ਔਰ 2.5 ਘੰਟਿਆਂ ਦਾ ਪੇਪਰ ਹੋਏਗਾ। ਅੱਗੇ ਗੱਲ ਕਰਦੇ ਹਾਂ ਜੂਨੀਅਰ ਟਰਾਂਸਲੇਸ਼ਨ, ਅੱਗੇ ਗੱਲ ਕਰਦੇ ਹਾਂ ਆਪਾਂ ਜੂਨੀਅਰ ਟਰਾਂਸਲੇਸ਼ਨ ਆਫਿਸਰ, ਠੀਕ ਹੈ ਜੀ। ਤਾਂ ਇਹਦੇ ਵਿੱਚ ਕੀ ਹੈਗਾ, ਟਰਾਂਸਲੇਸ਼ਨ ਮਤਲਬ ਇੰਗਲਿਸ਼ ਟੂ ਹਿੰਦੀ 25 ਹੋਣਗੇ ਕੁਐਸਚਨਸ ਔਰ ਹਿੰਦੀ ਟੂ ਇੰਗਲਿਸ਼ 25 ਇਹ ਹੋਣਗੇ, ਠੀਕ ਹੈ। ਮੈਂਟਲ ਐਂਡ ਰੀਜ਼ਨਿੰਗ ਅਬਿਲਿਟੀ ਦੇ 10 ਕੁਐਸਚਨ ਹੋਣਗੇ। ਜਨਰਲ ਅਵੇਅਰਨੈਸ ਐਂਡ ਕਰੰਟ ਅਫੇਅਰ 20 ਕੁਐਸਚਨ ਇਹ ਹੋਣਗੇ। ਸਬਜੈਕਟ ਨੌਲੇਜ ਹਿੰਦੀ ਐਂਡ ਇੰਗਲਿਸ਼ 20 ਕੁਐਸਚਨ ਇਹ ਹੋਣਗੇ। ਤਾਂ ਟੋਟਲ ਬਣ ਗਏ 100, ਤਾਂ ਟੋਟਲ ਮਾਰਕਸ ਵੀ 100 ਹੀ ਹੋਣਗੇ, ਠੀਕ ਹੈ ਜੀ। ਅਤੇ 2 ਘੰਟਿਆਂ ਦਾ ਜਿਹੜਾ ਹੈਗਾ ਟਾਈਮ ਤੁਹਾਨੂੰ ਦਿੱਤਾ ਜਾਏਗਾ, 2 ਆਵਰਸ ਦਾ ਟਾਈਮ ਗਿਵਨ ਹੋਏਗਾ ਤੁਹਾਨੂੰ। ਅੱਗੇ ਗੱਲ ਕਰਦੇ ਹਾਂ ਲੀਗਲ ਅਸਿਸਟੈਂਟ ਦੀ, ਠੀਕ ਹੈ ਜੀ। ਰੀਜ਼ਨਿੰਗ ਆਏਗੀ 15 ਮਾਰਕਸ ਦੀ, ਜਨਰਲ ਅਵੇਅਰਨੈਸ ਆਏਗੀ 15 ਮਾਰਕਸ ਦੀ, ਅਤੇ 15 ਨੰਬਰ ਦੀ ਇੰਗਲਿਸ਼ ਅਤੇ 15 ਨੰਬਰ ਦੀ ਹਿੰਦੀ, ਅਤੇ ਭਾਈ ਫਿਰ 30 ਹੋ ਗਏ ਟੋਟਲ। ਅੱਗੇ ਗੱਲ ਕਰਦੇ ਹਾਂ ਮੈਥ ਕੁਆਂਟੀਟਿਵ ਐਪਟੀਟਿਊਡ 20 ਮਾਰਕਸ ਦਾ ਆਏਗਾ। ਔਰ ਫਿਰ ਅੱਗੇ ਇਹਨਾਂ ਨੇ ਮੈਂਸ਼ਨ ਕੀਤਾ ਕੌਂਸਟੀਟਿਊਸ਼ਨ ਆਫ ਇੰਡੀਆ, ਹੈ ਨਾ, ਤਾਂ ਮਤਲਬ ਸਬਜੈਕਟ ਰਿਲੇਟਡ ਜੋ ਵੀ ਹੈ ਇਹ ਇਹਨਾਂ ਨੇ ਮੈਂਸ਼ਨ ਕੀਤਾ। 70 ਕੁਐਸਚਨ ਇੱਧਰੋਂ ਆਉਣਗੇ ਤੁਹਾਡੇ। ਤਾਂ ਟੋਟਲ 150 ਨੰਬਰ ਦਾ ਜਿਹੜਾ ਪੇਪਰ ਹੋਏਗਾ, 150 ਕੁਐਸਚਨ ਆਉਣਗੇ। ਟਾਈਮ ਜਿਹੜੀ ਡਿਊਰੇਸ਼ਨ ਹੈ ਉਹ 3 ਘੰਟਿਆਂ ਦੀ ਹੋਏਗੀ। ਅੱਗੇ ਗੱਲ ਕਰਦੇ ਹਾਂ ਸਟੈਨੋਗ੍ਰਾਫਰ ਦੀ, ਠੀਕ ਹੈ ਜੀ। ਤਾਂ ਦੇਖੋ ਇਹਦੇ ਵਿੱਚ ਲੈਂਗੁਏਜ ਟੈਸਟ ਜਿਹੜਾ ਹੋਏਗਾ 20 ਮਾਰਕਸ ਇੰਗਲਿਸ਼ ਅਤੇ 20 ਹਿੰਦੀ ਦੇ ਹੋਣਗੇ, 40 ਹੋ ਗਏ ਟੋਟਲ। ਅਤੇ ਜਨਰਲ ਅਵੇਅਰਨੈਸ ਐਂਡ ਕਰੰਟ ਅਫੇਅਰ ਦੇ 30 ਕੁਐਸਚਨਸ, ਬੇਸਿਕ ਨੌਲੇਜ ਆਫ ਕੰਪਿਊਟਰ ਆਪਰੇਸ਼ਨ 30 ਇਹ ਹੋਣਗੇ। ਤਾਂ ਟੋਟਲ ਕਿੰਨਾ ਹੋ ਗਿਆ 100, ਅਤੇ 100 ਕੁਐਸਚਨਸ ਹੋ ਗਏ, 100 ਮਾਰਕਸ ਦਾ ਪੇਪਰ, ਠੀਕ ਹੈ ਜੀ। ਟਾਈਮ ਜਿਹੜਾ 2 ਆਵਰਸ ਦਾ ਹੋਏਗਾ। ਅਤੇ ਸਕਿੱਲ ਟੈਸਟ ਹੋਏਗਾ, ਇਹਦੇ ਵਾਸਤੇ ਡਿਟੈਕਸ਼ਨ ਦਿੱਤੀ ਹੋਈ ਹੈ, ਪਹਿਲਾਂ ਵੀ ਆਪਾਂ ਗੱਲ ਕਰ ਚੁੱਕੇ ਹਾਂ ਇਹਦੇ ਰਿਲੇਟਡ। ਅੱਗੇ ਗੱਲ ਕਰਦੇ ਹਾਂ ਕੰਪਿਊਟਰ ਆਪਰੇਟਰ ਲਈ 20 ਕੁਐਸਚਨ ਰੀਜ਼ਨਿੰਗ ਦੇ, 20 ਕੁਐਸਚਨ ਮੈਥ ਦੇ, ਅਤੇ 15 ਕੁਐਸਚਨ ਹਿੰਦੀ ਦੇ, 15 ਕੁਐਸਚਨ ਇੰਗਲਿਸ਼ ਦੇ, ਅਤੇ 60 ਕੁਐਸਚਨ ਕਹਿੰਦੇ ਭਾਈ ਕੰਪਿਊਟਰ ਦੇ ਆਉਣਗੇ ਇਕੱਠੇ ਹੀ, ਠੀਕ ਹੈ। ਅਤੇ ਅੱਗੇ ਟੋਟਲ ਬਣ ਗਏ 130, ਤਾਂ ਟੋਟਲ ਮਾਰਕਸ ਵੀ 130 ਹੋਣਗੇ, ਠੀਕ ਹੈ। ਟਾਈਮ ਹੋਏਗਾ 2.5 ਘੰਟਿਆਂ ਦਾ। ਅੱਗੇ ਗੱਲ ਕਰਦੇ ਹਾਂ ਪੋਸਟ ਆਫ ਕੈਟਰਿੰਗ, ਠੀਕ ਹੈ, ਸੁਪਰਵਾਈਜ਼ਰ। ਇਹਦੇ ਵਿੱਚ 15 ਨੰਬਰ ਦੀ ਰੀਜ਼ਨਿੰਗ, 15 ਦੀ ਜਨਰਲ ਅਵੇਅਰਨੈਸ, 10 ਮਾਰਕਸ ਦੀ ਹਿੰਦੀ ਅਤੇ 10 ਮਾਰਕਸ ਦੀ ਇੰਗਲਿਸ਼, ਠੀਕ ਹੈ ਜੀ। ਅਤੇ ਅੱਗੇ ਗੱਲ ਕਰਦੇ ਹਾਂ ਕੰਪਿਊਟਰ 10 ਮਾਰਕਸ ਦਾ ਆਏਗਾ, ਠੀਕ ਹੈ। ਡੋਮੇਨ ਪ੍ਰੋਫੈਸ਼ਨ ਨੌਲੇਜ ਜਿਹੜੀ 60 ਮਾਰਕਸ ਦੀ ਆਏਗੀ। ਟੋਟਲ ਹੋ ਗਏ 120 ਕੁਐਸਚਨਸ, ਅਤੇ ਟੋਟਲ ਮਾਰਕਸ ਵੀ 120 ਹੋ ਗਏ। 2.5 ਘੰਟਿਆਂ ਦਾ ਟਾਈਮ ਹੋਏਗਾ। ਅੱਗੇ ਗੱਲ ਕਰਦੇ ਹਾਂ ਜੂਨੀਅਰ ਸੈਕਟਰੀਏਟ ਅਸਿਸਟੈਂਟ। ਇਹਦੇ ਵਿੱਚ ਕੀ ਹੈਗਾ 20 ਕੁਐਸਚਨ ਰੀਜ਼ਨਿੰਗ ਦੇ ਹੋਣਗੇ, 20 ਮੈਥ ਦੇ ਹੋਣਗੇ, ਠੀਕ ਹੈ। ਅਤੇ 30 ਕੁਐਸਚਨ ਜਨਰਲ ਨੌਲੇਜ ਦੇ ਹੋਣਗੇ, ਠੀਕ ਹੈ ਜੀ। 15 ਇੰਗਲਿਸ਼ ਅਤੇ 15 ਦੀ ਹਿੰਦੀ, 30 ਹੋ ਗਏ ਟੋਟਲ। ਅਤੇ ਕੰਪਿਊਟਰ ਵੀ 30 ਮਾਰਕਸ ਦਾ ਆਏਗਾ। ਟੋਟਲ ਹੋ ਗਏ 130, ਠੀਕ ਹੈ ਜੀ। ਅਤੇ ਟੋਟਲ ਮਾਰਕਸ ਵੀ ਹੋ ਗਏ 130, ਓਕੇ। ਅਤੇ 2.5 ਘੰਟਿਆਂ ਦਾ ਪੇਪਰ ਹੋਏਗਾ। ਅਤੇ ਇਹਦਾ ਸੈਕਿੰਡ ਪਾਰਟ ਹੈਗਾ, ਸੈਕਿੰਡ ਸਟੇਜ ਹੈਗੀ ਹੈ ਟਾਈਪਿੰਗ ਟੈਸਟ ਹੋਏਗਾ, ਟਾਈਪਰਾਈਟਰ, ਠੀਕ ਹੈ, ਪਰਸਨਲ ਕੰਪਿਊਟਰ ਦੇ ਉੱਪਰ। ਇਹਦੇ ਬਾਰੇ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ। ਅੱਗੇ ਗੱਲ ਕਰਦੇ ਹਾਂ ਜੂਨੀਅਰ ਸੈਕਟਰੀਏਟ ਅਸਿਸਟੈਂਟ, ਠੀਕ। ਇਹਦੇ ਵਿੱਚ ਕੀ ਹੈਗਾ 20 ਕੁਐਸਚਨ ਤੁਹਾਡੇ ਰੀਜ਼ਨਿੰਗ ਦੇ ਹੋਣਗੇ, 20 ਕੁਐਸਚਨ ਮੈਥ ਦੇ ਹੋਣਗੇ, ਠੀਕ ਹੈ ਜੀ। ਜਨਰਲ ਨੌਲੇਜ ਕਰੰਟ ਅਫੇਅਰ 30 ਕੁਐਸਚਨ ਆਉਣਗੇ, ਅਤੇ 15 ਦੀ ਇੰਗਲਿਸ਼ ਅਤੇ 15 ਦੀ ਹਿੰਦੀ, 30 ਕੁਐਸਚਨ ਇਹ ਹੋ ਗਏ। ਅਤੇ 30 ਕੁਐਸਚਨ ਤੁਹਾਡੇ ਕੰਪਿਊਟਰ ਦੇ ਹੋਣਗੇ। ਦੇਖੋ ਕੰਪਿਊਟਰ ਦੀ ਵੇਟੇਜ ਕਿੰਨੀ ਜਾ ਰਹੀ ਹੈ ਨਾ ਹਰ ਇੱਕ ਪੋਸਟ ਦੇ ਵਿੱਚ। ਤਾਂ ਟੋਟਲ 130 ਹੋ ਗਏ, ਅਤੇ ਟੋਟਲ ਮਾਰਕਸ ਵੀ ਕਿੰਨੇ ਹੋਣਗੇ 130। 2.5 ਘੰਟਿਆਂ ਦਾ ਪੇਪਰ ਹੋਊਗਾ। ਸੈਕਿੰਡ ਸਟੇਜ ਹੋਏਗੀ ਟਾਈਪਿੰਗ ਟੈਸਟ ਹੋਏਗਾ, ਠੀਕ ਹੈ, ਜਿਹਦੇ ਬਾਰੇ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ। ਨੈਕਸਟ ਗੱਲ ਕਰਦੇ ਹਾਂ ਇਲੈਕਟ੍ਰੀਸ਼ੀਅਨ ਕਮ ਪਲੰਬਰ ਦੇ ਬਾਰੇ। ਤਾਂ ਰੀਜ਼ਨਿੰਗ 15 ਮਾਰਕਸ ਦੀ, ਜਨਰਲ ਨੌਲੇਜ 15 ਮਾਰਕਸ ਦੀ, ਲੈਂਗੁਏਜ ਜੋ ਹੈ 15 ਦੀ ਇੰਗਲਿਸ਼ ਅਤੇ 15 ਦੀ ਹਿੰਦੀ, ਟੋਟਲ ਹੋ ਗਏ 30। ਅਤੇ ਸਬਜੈਕਟ ਸਪੈਸੀਫਿਕ ਨੌਲੇਜ ਹੋਏਗੀ 60 ਮਾਰਕਸ ਦੀ, ਟੋਟਲ 120 ਹੋ ਗਏ ਭਾਈ। ਅਤੇ ਟੋਟਲ ਮਾਰਕਸ ਵੀ 120 ਹੀ ਆਉਣਗੇ। 2.5 ਘੰਟਿਆਂ ਦਾ ਟਾਈਮ ਹੋਏਗਾ। ਅੱਗੇ ਗੱਲ ਕਰਦੇ ਹਾਂ ਟ੍ਰੇਡ ਟੈਸਟ ਦੀ। ਤਾਂ ਇਹਦੇ ਵਿੱਚ ਜਿਹੜਾ ਹੈਗਾ ਇਹ ਇਹਨਾਂ ਨੇ ਮੈਂਸ਼ਨ ਕੀਤਾ ਹੋਇਆ, ਉਹ ਤੁਸੀਂ ਦੇਖ ਲਿਓ। ਅੱਗੇ ਹੈ ਪੋਸਟ ਆਫ ਲੈਬ ਅਟੈਂਡੈਂਟ। ਤਾਂ ਇਹਦੇ ਵਿੱਚ ਕੀ ਹੈ 15 ਦੀ ਰੀਜ਼ਨਿੰਗ, 15 ਦਾ ਮੈਥ, 15 ਦੀ ਇੰਗਲਿਸ਼ ਅਤੇ 15 ਦੀ ਹਿੰਦੀ, ਠੀਕ ਹੈ। 30 ਮਾਰਕਸ ਹੋ ਗਏ। ਅਤੇ ਸਬਜੈਕਟ ਸਪੈਸੀਫਿਕ ਨੌਲੇਜ 60 ਕੁਐਸਚਨਸ ਆਉਣਗੇ ਤੁਹਾਨੂੰ। ਟੋਟਲ 120 ਹੋ ਗਏ। ਟਾਈਮ ਕਿੰਨਾ ਹੋਏਗਾ 2.5 ਘੰਟਿਆਂ ਦਾ। ਨੈਕਸਟ ਗੱਲ ਕਰਦੇ ਹਾਂ ਮੈਸ ਹੈਲਪਰ।
ਰੀਜ਼ਨਿੰਗ ਹੋਏਗੀ 15 ਨੰਬਰ ਦੀ, ਜਨਰਲ ਅਵੇਅਰਨੈਸ ਹੋਏਗੀ 15 ਨੰਬਰ ਦੀ, ਠੀਕ ਹੈ ਜੀ। ਔਰ 15 ਦੀ 10 ਦੀ ਹਿੰਦੀ, 10 ਦੀ ਇੰਗਲਿਸ਼, ਟੋਟਲ ਹੋ ਗਏ 20 ਕੁਐਸਚਨਸ, ਠੀਕ ਹੈ ਜੀ। ਅਤੇ ਸਬਜੈਕਟ ਸਪੈਸੀਫਿਕ ਨੌਲੇਜ ਹੈ, ਫੂਡ, ਨਿਊਟ੍ਰੀਸ਼ਨ, ਹੈ ਨਾ, ਹਾਈਜੀਨਿਕ ਰੈਸਪੀਜ਼, ਇਹਨਾਂ ਨੇ ਜੋ ਦਿੱਤਾ ਹੋਇਆ ਆਫ ਇੰਡੀਆ ਫੂਡ ਐਂਡ ਸਵੀਟਸ, ਤਾਂ ਟੋਟਲ 70 ਕੁਐਸਚਨਸ ਆਉਣਗੇ ਇਹਨਾਂ ਦੇ ਵਿੱਚੋਂ। ਅਤੇ ਜੋ ਟੋਟਲ ਬਣ ਗਏ ਕੁੱਲ ਮਿਲਾ ਕੇ ਚਾਰਾਂ ਪਾਰਟਸ ਦੇ 120, ਟੋਟਲ ਮਾਰਕਸ ਵੀ 120 ਹੋਣਗੇ, 2.5 ਘੰਟਿਆਂ ਦਾ ਟਾਈਮ ਹੋਏਗਾ। ਸੈਕਿੰਡ ਟੈਸਟ ਵੀ ਹੋਏਗਾ ਸੈਕਿੰਡ ਸਟੇਜ ਦਾ। ਓਕੇ, ਫਿਰ ਗੱਲ ਕਰਦੇ ਹਾਂ ਮਲਟੀ ਟਾਸਕਿੰਗ ਸਟਾਫ। ਤਾਂ ਲੈਂਗੁਏਜ ਪ੍ਰੈਫਰੈਂਸ ਸੀ 20 ਮਾਰਕਸ ਇੰਗਲਿਸ਼ ਅਤੇ 20 ਮਾਰਕਸ ਹਿੰਦੀ, ਅਤੇ ਜਨਰਲ ਨੌਲੇਜ ਅਤੇ ਕਰੰਟ ਅਫੇਅਰ 20 ਮਾਰਕਸ ਦੇ। ਅਤੇ ਕੰਪਿਊਟਰ, ਇੰਨਾ ਕੰਪਿਊਟਰ ਸਾਰੇ ਥਾਂ 'ਤੇ ਨਾ ਕਿੰਨਾ ਆ ਰਿਹਾ ਦੇਖੋ, ਕੰਪਿਊਟਰ ਨਾਲ ਐਂਡ ਕੰਪਿਊਟਰ ਆਪਰੇਸ਼ਨਸ। ਮਲਟੀ ਟਾਸਕਿੰਗ ਸਟਾਫ ਵਾਸਤੇ 40 ਕੁਐਸਚਨਸ ਦਿੱਤੇ ਜਾਣਗੇ, ਠੀਕ ਹੈ ਜੀ। ਤਾਂ ਟੋਟਲ ਹੋ ਗਿਆ 100 ਮਾਰਕਸ ਦਾ, ਠੀਕ ਹੈ। ਅਤੇ 100 ਕੁਐਸਚਨਸ 100 ਮਾਰਕਸ ਦੇ, ਟਾਈਮ ਹੋਏਗਾ 2 ਆਵਰਸ ਦਾ। ਓਕੇ, ਤਾਂ ਆਹ ਇਹਨਾਂ ਨੇ ਮੈਨਸ਼ਨ ਕੀਤਾ ਹੋਇਆ, ਬਾਕੀ ਉਸ ਥੋੜ੍ਹੀ ਬੇਸਿਕ ਡਿਟੇਲ ਆ। ਅਤੇ ਅਪਲਾਈ ਕਰਨ ਦਾ ਦਿੱਤਾ ਹੋਇਆ ਵੀ ਕਿਵੇਂ ਤੁਸੀਂ ਅਪਲਾਈ ਕਰ ਸਕਦੇ ਹੋ, ਠੀਕ ਹੈ ਜੀ। ਅਤੇ ਇਹ ਜਨਰਲ ਇੰਸਟਰਕਸ਼ਨਸ ਦਿੱਤੀਆਂ। ਸਭ ਤੋਂ ਸੋਹਣੀ ਅਤੇ ਵਧੀਆ ਗੱਲ ਜਿਹੜੀ ਦਿੱਤੀ ਹੈ, ਕਹਿੰਦੇ ਜੀ ਜਿਹੜਾ ਪੇਪਰ ਹੈ ਨਾ ਉਹ ਬਾਇਲਿੰਗੁਅਲ ਹੋਏਗਾ, ਹਿੰਦੀ ਅਤੇ ਇੰਗਲਿਸ਼ ਦੇ ਵਿੱਚ ਹੋਏਗਾ। ਔਰ ਪਲੱਸ ਇਹਦੇ ਵਿੱਚ ਇੱਕ ਚੀਜ਼ ਹੋਰ ਦਿੱਤੀ, ਨੈਗੇਟਿਵ ਮਾਰਕਿੰਗ ਵੀ ਹੋਏਗੀ। ਮੰਨ ਲਓ 4 ਕੁਐਸਚਨ ਗਲਤ ਕਰਕੇ ਆਉਣੇ ਤਾਂ 1 ਨੰਬਰ ਸਿੱਧਾ ਗਿਆ, ਠੀਕ ਹੈ। ਅਤੇ ਇਹ ਇਹਨਾਂ ਨੇ ਮੈਨਸ਼ਨ ਕੀਤਾ ਹੋਇਆ ਬਸ। ਬਾਕੀ ਇਹ ਥੋੜ੍ਹੇ ਜਿਹੇ ਨੈਕਸਸ ਦਿੱਤੇ ਹੋਏ ਆ। ਮੇਨ ਚੀਜ਼ ਸੀ ਆਪਾਂ ਵੈਕੈਂਸੀਜ਼ ਦੇਖ ਲਈਆਂ ਕਿਹੜੀਆਂ ਨੇ, ਕਿੰਨੀਆਂ ਪੋਸਟਾਂ ਨੇ ਅਕੋਰਡਿੰਗ ਟੂ ਕੈਟੇਗਰੀਜ਼, ਠੀਕ ਹੈ ਜੀ। ਸਿਲੇਬਸ ਦੇਖ ਲਿਆ ਅਤੇ ਸਿਲੈਕਸ਼ਨ ਪ੍ਰੋਸੈਸ ਦੇਖ ਲਈ, ਹੈ ਨਾ। ਮੋਸਟ ਇੰਪੋਰਟੈਂਟ ਚੀਜ਼ਾਂ ਜਿਹੜੀਆਂ ਇਹੀ ਸੀਗੀਆਂ। ਅਤੇ ਇਹ ਜਿਹੜੀਆਂ ਵੈਕੈਂਸੀਜ਼ ਨੇ ਇਹ ਫਿਲ ਹੋਣੀਆਂ ਸਟਾਰਟ ਹੋ ਚੁੱਕੀਆਂ ਨੇ। NTA ਦੀ ਵੈਬਸਾਈਟ ਦੇ ਉੱਪਰ ਜਾ ਕੇ ਤੁਸੀਂ ਫਿਲ ਕਰ ਸਕਦੇ ਹੋ। ਔਰ 30 ਜਿਹੜੀ ਤਰੀਕ ਹੈਗੀ ਆ ਆਉਣ ਵਾਲੀ 30 ਤਰੀਕ ਲਾਸਟ ਹੈ ਇਹਨਾਂ ਨੂੰ ਫਿਲ ਕਰਨ ਦੀ, ਠੀਕ ਹੈ ਜੀ। ਅਤੇ ਬਾਕੀ ਜੇ ਕਿਸੇ ਨੂੰ ਹੋਰ ਕੋਈ ਹੈਲਪ ਚਾਹੀਦੀ ਹੈ ਇਹਨਾਂ ਦੇ ਰਿਲੇਟਡ ਤਾਂ ਤੁਸੀਂ ਭਾਈ ਸਾਡੇ ਨਾਲ ਗੱਲ ਕਰ ਸਕਦੇ ਹੋ। ਅਤੇ ਤੁਹਾਡਾ ਬਹੁਤ ਬਹੁਤ ਧੰਨਵਾਦ।